ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ। ਲੰਘੇ ਕੱਲ੍ਹ ਧੁੱਪ ਫੇਰ ਬੜੀ ਸੋਹਣੀ ਨਿਕਲੀ ਹੈ। ਪਿਛਲੇ 4 ਦਿਨ ਤੋਂ ਪੰਜਾਬ ਦੇ ਵਿੱਚ ਕਮਾਲ ਦੀ ਧੁੱਪ ਨਿਕਲ ਰਹੀ ਹੈ। ਬੜੀ ਤਿੱਖੀ, ਬੜੀ ਨਿੱਘੀ, ਬੜੀ ਮਨ ਨੂੰ ਚਿੱਤ ਕਰਦਾ ਧੁੱਪ ਦਾ ਆਨੰਦ ਮਾਣ ਲਈਏ। ਤੇ ਧੁੱਪ ਹੁਣ ਲਗਾਤਾਰ ਤਿੱਖੀ ਹੋਣ ਵੱਲ ਵੱਧ ਰਹੀ ਹੈ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟੇ 'ਚ ਪੰਜਾਬ ਦਾ ਮੌਸਮ ਸਥਿਰ ਰਹਿਣਾ, ਯਾਨੀ ਕਿ ਅੱਜ ਵੀ ਧੁੱਪ ਨਿਕਲਣ ਦੇ ਪੂਰੇ ਅਸਾਰ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜੇਕਰ ਇੱਕ ਹਫ਼ਤਾ ਇੱਦਾਂ ਧੁੱਪਾਂ ਲੱਗਦੀਆਂ ਰਹੀਆਂ, ਮੌਸਮ ਖਿੜਿਆ ਰਿਹਾ, ਸੂਰਜ ਦੀ ਟਿੱਕੀ ਇਵੇਂ ਹੀ ਚਮਕਦੀ ਰਹੀ, ਤਾਂ ਠੰਡ ਗਈ ਸਮਝੋ। ਪਰ ਜੇਕਰ ਮੀਂਹ ਕਣੀ ਆ ਗਈ ਜਿਹਦੀ ਕਿ ਹਾਲੇ ਤੱਕ ਕੋਈ ਸੰਭਾਵਨਾ ਨਹੀਂ, ਤਾਂ ਫਿਰ ਹੋ ਸਕਦਾ ਠੰਡ 4 ਦਿਨ ਹੋਰ ਘੱਟ ਜੇ। ਉੱਦਾਂ ਠੰਡ ਲਗਾਤਾਰ ਘਟਦੇ ਕਰਮ ਦੇ ਵੱਲ ਜਾ ਰਹੀ ਹੈ। ਲੰਘੇ ਕੱਲ੍ਹ ਵੀ ਜਦੋਂ ਧੁੱਪ ਬਹੁਤ ਨਿਕਲੀ ਤਾਂ ਉਸ ਤੋਂ ਬਾਅਦ ਠੰਡ ਕਾਫੀ ਘਟ ਗਈ ਆ। ਪਰਸੋਂ ਵੀ ਧੁੱਪ ਬੜੀ ਸੋਹਣੀ ਨਿਕਲੀ, ਠੰਡ ਕਾਫੀ ਘਟੀ ਆ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਡੇਰਾ ਪ੍ਰੇਮੀਆਂ ਦੇ ਪਾਟੋ ਧਾੜ ਹੋਣ ਦੇ ਨਾਲ ਸੰਬੰਧਿਤ। ਡੇਰਾ ਪ੍ਰੇਮੀਆਂ ਦੇ ਆਪਸ ਦੇ ਵਿੱਚ 2 ਗਰੁੱਪ ਬਣ ਗਏ ਆ। ਇੱਕ ਉਹ ਗਰੁੱਪ ਆ ਜਿਹੜਾ ਕਿ ਇਸ ਗੱਲ ਦੀ ਉਡੀਕ ਕਰ ਰਿਹਾ ਕਿ ਡੇਰੇ ਦਾ ਰਾਜਨੀਤਿਕ ਵਿੰਗ ਜਿਵੇਂ ਕਹੂਗਾ ਅਸੀਂ ਉਵੇਂ ਹੀ ਕਰਨਾ ਵੋਟਾਂ ਦੇ ਮੱਦੇਨਜ਼ਰ। ਦੂਜਾ ਉਹ ਗਰੁੱਪ ਆ ਡਾਕਟਰ ਮੋਹਿਤ ਹੋਰਾਂ ਵਾਲਾ, ਜਿਹਨੇ ਇੱਕ ਫੇਸਬੁੱਕ ਪੇਜ ਬਣਾਇਆ ਜਿਹਦਾ ਨਾਂ ਹੈਗਾ ਫੇਥ ਵਰਸਿਸ ਵਰਡਿਕਟ। ਇਸ ਪੇਜ ਦੇ ਉੱਤੇ ਲਿਖਿਆ ਹੋਇਆ ਕਿ ਅਸੀਂ ਨਹੀਂ ਵੋਟਾਂ ਪਾਉਣੀਆਂ ਕਿ ਕਿਸੇ ਨੂੰ ਕਿਸੇ ਦੇ ਕਹੇ, ਅਸੀਂ ਤਾਂ ਨੋਟਾਂ ਵਾਲਾ ਬਟਨ ਹੀ ਦਬਾਉਣਾ। ਪਰ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਹੈਰਾਨ ਕਰਨ ਵਾਲੀ ਜਾਂ ਹਾਸੇ ਵਾਲੀ ਖਬਰ ਦੱਸ ਦਈਏ। ਉਹ ਇਹ ਆ ਕਿ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਪਾਂ ਜਾਣਦੇ ਹਾਂ ਕਿ ਕਾਂਗਰਸ ਦੇ ਵਿਧਾਇਕ ਆ ਬਲਵਿੰਦਰ ਸਿੰਘ ਲਾਡੀ। ਬਲਵਿੰਦਰ ਸਿੰਘ ਲਾਡੀ ਕੁਝ ਕੁ ਸਮਾਂ ਪਹਿਲਾਂ, ਕੁਝ ਕੁ ਹਫ਼ਤੇ ਪਹਿਲਾਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀ। ਕਾਫੀ ਵਿਰੋਧ ਹੋਇਆ ਉਹਨਾਂ ਦਾ। ਉਸ ਤੋਂ ਬਾਅਦ ਉਹਨਾਂ ਦੀ ਕਾਂਗਰਸ ਦੇ ਵਿੱਚ 8ਵੇਂ 7ਵੇਂ ਦਿਨ ਮੁੜ ਘਰ ਵਾਪਸੀ ਹੋ ਗਈ। ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਇਹੀ ਮੇਰੀ ਅਸਲ ਪਾਰਟੀ ਆ, ਮੈਂ ਉਧਰ ਗਲਤੀ ਨਾਲ ਚਲਾ ਗਿਆ। ਸ਼ਾਇਦ ਉਹਨਾਂ ਦੀ ਚੰਨੀ ਸਾਹਿਬ ਨਾਲ ਮੁਲਾਕਾਤ ਹੋਈ ਸੀ, ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਮਿਲਿਆ ਹੋਊਗਾ ਕਿ ਟਿਕਟ ਤੁਹਾਡੀ ਪੱਕੀ ਆ ਹਰਗੋਬਿੰਦਪੁਰ ਤੋਂ, ਪਰ ਟਿਕਟ ਮਿਲੀ ਨਹੀਂ। ਜਦੋਂ ਕਾਂਗਰਸ ਨੇ ਟਿਕਟਾਂ ਵੰਡੀਆਂ ਉਸ ਵਕਤ ਕਈਆਂ ਉਹਨਾਂ ਨੂੰ ਵੀ ਮਿਲ ਗਈਆਂ ਜਿਨ੍ਹਾਂ ਦੇ ਬਾਬਤ ਕਦੇ ਸੋਚਿਆ ਨਹੀਂ ਸੀ, ਪਰ ਇਹਨਾਂ ਨੂੰ ਨਹੀਂ ਮਿਲੀ। ਯਾਨੀ ਕਿ ਸਿਟਿੰਗ MLA ਨੂੰ ਟਿਕਟ ਨਹੀਂ ਮਿਲੀ। ਨਾ ਉਹ BJP ਜੋਗੇ, ਨਾ ਉਹ ਕਾਂਗਰਸ ਜੋਗੇ। ਬਾਕੀ ਪਾਰਟੀਆਂ ਨੇ ਉਮੀਦਵਾਰ ਐਲਾਨ ਤੇ ਬਲਵਿੰਦਰ ਸਿੰਘ ਲਾਡੀ ਹੋਰੀ ਕਿੱਧਰ ਜਾਣ। ਤੇ ਲੰਘੇ ਕੱਲ੍ਹ ਬਲਵਿੰਦਰ ਸਿੰਘ ਲਾਡੀ ਇੱਕ ਵਾਰ ਫੇਰ BJP ਦੇ ਵਿੱਚ ਆ ਗਏ ਆ। ਯਾਨੀ ਕਿ ਲਗਭਗ 1 ਮਹੀਨੇ ਦੇ ਵਿੱਚ ਲਾਡੀ ਸਾਹਿਬ ਦੂਜੀ ਵਾਰ BJP ਦੇ ਵਿੱਚ ਆਏ ਆ। ਹੁਣ ਲੋਕ ਇਹ ਗੱਲ ਕਹਿੰਦੇ ਵੀ ਪਤਾ ਨਹੀਂ ਉਹਨਾਂ ਨੂੰ ਕੀ ਲਾਭ ਹੋਊਗਾ ਜਾਂ ਕਿੰਨਾ ਚਿਰ ਉਹ ਰਹਿਣਗੇ। ਲੋਕਾਂ ਦੇ ਆਪੋ ਆਪਣੇ ਵਿਚਾਰ ਆ, ਲੋਕ ਇਸ ਗੱਲ ਦੇ ਉੱਤੇ ਚਟਕਾਰੇ ਵੀ ਲੈਂਦੇ ਆ। ਵਕਤ ਦੱਸੂਗਾ ਕੀ ਬਣਦਾ, ਪਰ ਬਹੁਤ ਕੁਝ ਅਚੰਭੇ ਵਾਲਾ ਸਮੇਂ ਦੇ ਉੱਤੇ ਹੁੰਦਾ ਰਿਹਾ ਤੇ ਹੋ ਵੀ ਰਿਹਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜੋ ਡੇਰਾ ਪ੍ਰੇਮੀਆਂ ਦੇ ਵਿੱਚ ਫੁੱਟ ਦੀ ਖਬਰ ਸਾਹਮਣੇ ਆਈ ਹੈ, ਇਹਦੇ ਤੋਂ ਬਾਅਦ ਰਾਜਨੀਤਿਕ ਲੋਕ ਕਈ ਕਿਸਮ ਦੀਆਂ ਜਰਬਾਂ ਤਕਸੀਮਾਂ ਕਰ ਰਹੇ ਆ। ਸੋਚ ਰਹੇ ਆ ਵੀ ਪਤਾ ਨਹੀਂ ਕੀ ਬਣੂਗਾ, ਹੁਣ ਡੇਰੇ ਦੇ ਪੈਰੋਕਾਰ ਕਿਹੜੇ ਪਾਸੇ ਨੂੰ ਜਾਣਗੇ। ਹਾਲਾਂਕਿ ਡੇਰੇ ਦੇ ਰਾਜਨੀਤਿਕ ਵਿੰਗ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਅਸੀਂ ਵੋਟਾਂ ਦੀ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਂਦੇ। ਅਸੀਂ ਕਦੇ ਨਹੀਂ ਕਹਿੰਦੇ ਜੀ ਕਿ ਕਿਹਨੂੰ ਵੋਟ ਪਾਉਣੀ ਹੈ ਤੇ ਕਿਹਨੂੰ ਨਹੀਂ ਪਾਉਣੀ। ਅਸੀਂ ਰਾਜਨੀਤੀ ਤੋਂ ਉੱਤੇ ਉੱਠ ਕੇ ਚੱਲਦੇ ਹਾਂ। ਅਸੀਂ ਸਿਰਫ ਮਨੁੱਖਤਾ ਦਾ ਸੁਨੇਹਾ ਦਿੰਦੇ ਹਾਂ। ਪਰ ਰਾਜਨੀਤਿਕ ਮੱਸ ਰੱਖਣ ਵਾਲੇ ਲੋਕ ਜਾਣਦੇ ਆ ਵੀ ਇਸ਼ਾਰਾ ਹਰ ਵਾਰ ਹੁੰਦਾ, ਜਿੱਧਰ ਨੂੰ ਇਸ਼ਾਰਾ ਹੁੰਦਾ ਉਧਰ ਨੂੰ ਪਲੜਾ ਭਾਰੀ ਹੋ ਜਾਂਦਾ। ਇਹਦੀ ਇੱਕ ਉਦਾਹਰਨ ਇੱਥੋਂ ਵੀ ਮਿਲਦੀ ਹੈ ਕਿ ਡੇਰਾ ਮੁਖੀ ਦੇ ਕੁੜਮ ਸਾਹਿਬ ਨੇ ਜਿਹੜੇ ਹਰਮਿੰਦਰ ਸਿੰਘ ਜੱਸੀ, ਉਹ ਕਾਂਗਰਸ ਦੇ ਵੱਲੋਂ ਚੋਣ ਲੜਦੇ ਹੁੰਦੇ ਆ। ਐਤਕੀ ਉਹਨਾਂ ਨੂੰ ਟਿਕਟ ਮਿਲੀ ਨਹੀਂ, ਉਹ ਲੜ ਰਹੇ ਆ ਆਜ਼ਾਦ ਤੌਰ ਦੇ ਉੱਤੇ। ਤੇ ਉਹਨਾਂ ਦੇ ਚੋਣ ਪ੍ਰਚਾਰ ਦੀ ਕਮਾਨ ਆ ਜਿਹੜੀ ਸਾਰੀ ਦੀ ਸਾਰੀ ਡੇਰਾ ਪ੍ਰੇਮੀਆਂ ਨੇ ਸਾਂਭੀ ਹੋਈ ਹੈ। ਕਹਿੰਦੇ ਆ ਕਿ ਉਹਨਾਂ ਨੇ ਹਲਕੇ ਦੇ ਵਿੱਚ ਲਗਭਗ 15,000 ਵੋਟ ਡੇਰਾ ਪ੍ਰੇਮੀਆਂ ਦੀ ਹੈਗੀ ਆ। ਜੇ ਹੁਣ ਡੇਰਾ ਪ੍ਰੇਮੀਆਂ 'ਚ ਫੁੱਟ ਪੈ ਜਾਂਦੀ ਆ, ਇਹਦਾ ਫਾਇਦਾ ਕਿਹਨੂੰ ਹੋਊਗਾ ਇਹ ਸਮਾਂ ਬਿਆਨ ਕਰੂਗਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਵਿੱਚੋਂ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੇ ਇਹਦਾ ਭਵਿੱਖੀ ਰਾਜਨੀਤੀ ਦੇ ਉੱਤੇ ਕੀ ਅਸਰ ਪੈ ਸਕਦਾ, ਕੀ ਸਮੀਕਰਨ ਬਦਲ ਸਕਦੇ ਆ। ਕਿਉਂਕਿ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੁਝ ਕੁ ਸ਼ਰਾਰਤੀ ਅਨਸਰ ਇਹ ਸਾਰਾ ਕੁਝ ਕਰ ਰਹੇ ਆ। ਡਾਕਟਰ ਮੋਹਿਤ ਇਹ ਗੱਲ ਕਹਿੰਦੇ ਆ ਸਾਡੇ ਪਿਤਾ ਜੀ ਦੇ ਨਾਲ ਕਿਸੇ ਨੇ ਢਿੱਲ ਨਹੀਂ ਗੁਜ਼ਾਰੀ, ਡੇਰਾ ਪ੍ਰੇਮੀਆਂ ਦੀ ਕਦੇ ਕਿਸੇ ਨੇਤਾ ਨੇ ਬਾਂਹ ਨਹੀਂ ਫੜੀ, ਐਤਕੀ ਬਟਨ ਨੋਟਾਂ ਵਾਲਾ ਹੀ ਦਬਾਂਗੇ। ਵਿਚਲੀ ਗੱਲ ਕੀ ਨਿਕਲੂਗੀ ਸਮਾਂ ਬਿਆਨ ਕਰੂ। ਪਹਿਲਾਂ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਹੁਣ ਰਾਜਨੀਤਿਕ ਪਾਰਟੀਆਂ ਦੀ ਨਿਗਾਹ ਡੇਰਾ ਪ੍ਰੇਮੀਆਂ ਦੀ ਵੋਟ ਬੈਂਕ ਦੇ ਉੱਤੇ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲੀ ਹੋਈ ਹੈ। ਪਰ ਐਤਕੀ ਦੀ ਵਾਰ ਵੋਟਾਂ ਨੂੰ ਲੈ ਕੇ ਡੇਰਾ ਪ੍ਰੇਮੀ 2 ਧੜਿਆਂ ਦੇ ਵਿੱਚ ਵੰਡੇ ਗਏ ਨੇ। ਡੇਰੇ ਦੇ ਇੱਕ ਧੜੇ ਨੇ ਰਾਜਨੀਤਿਕ ਲੋਕਾਂ ਤੇ ਰਾਜਨੀਤਿਕ ਵਿੰਗ ਦੇ ਅਰਮਾਨਾਂ ਦੇ ਉੱਤੇ ਪਾਣੀ ਫੇਰਦੇ ਹੋਏ ਨੋਟਾਂ ਦਾ ਬਟਨ ਦੱਬਣ ਦੀ ਮੁਹਿੰਮ ਚਲਾ ਰੱਖੀ ਹੈ। ਡੇਰਾ ਪੈਰੋਕਾਰਾਂ ਦੇ ਫੇਥ ਵਰਸਿਸ ਵਰਡਿਕਟ ਪੇਜ ਦੇ ਨਾਲ ਜੁੜੇ ਹੋਏ ਪ੍ਰੇਮੀ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਨੇ। ਡੇਰਾ ਪ੍ਰੇਮੀਆਂ ਦਾ ਇਹ ਧੜਾ 25 ਅਗਸਤ 2017 ਨੂੰ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹੋਂਦ ਵਿੱਚ ਆਇਆ ਤੇ ਡੇਰਾ ਪ੍ਰਬੰਧਕਾਂ ਦੀਆਂ ਨੀਤੀਆਂ ਦਾ ਖੁਲਾਸਾ ਡੇਰਾ ਪ੍ਰੇਮੀਆਂ ਦਰਮਿਆਨ ਕਰ ਰਿਹਾ।
ਦੂਜੇ ਪਾਸੇ ਡੇਰੇ ਦੇ ਰਾਜਨੀਤਿਕ ਵਿੰਗ ਦੇ ਇੰਚਾਰਜ ਰਾਮ ਸਿੰਘ ਦਾ ਕਹਿਣਾ ਕਿ ਡੇਰੇ ਜਾਂ ਰਾਜਨੀਤਿਕ ਵਿੰਗ ਦੇ ਵੱਲੋਂ ਕੋਈ ਵੀ ਇਹੋ ਜਿਹਾ ਸੁਨੇਹਾ ਜਾਰੀ ਨਹੀਂ ਕੀਤਾ ਗਿਆ। ਜੋ ਲੋਕ ਵੀ ਇਹ ਮੁਹਿੰਮ ਚਲਾ ਰਹੇ ਨੇ ਇਹ ਸ਼ਰਾਰਤੀ ਕਿਸਮ ਦੇ ਲੋਕ ਨੇ। ਡੇਰਾ ਪ੍ਰੇਮੀ ਨੋਟਾ ਨੂੰ ਵੋਟ ਨਹੀਂ ਪਾਉਣਗੇ, ਜਿਹਨੂੰ ਵੀ ਪਾਉਣਗੇ ਉਹਨੂੰ ਜਿਤਾ ਦੇਣਗੇ। ਨੋਟਾ ਬਟਨ ਦਬਾਉਣ ਦੇ ਪੱਖ ਦੇ ਵਿੱਚ ਪ੍ਰਚਾਰ ਕਰਨ ਵਾਲੇ ਡੇਰਾ ਪ੍ਰੇਮੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵਿਰੋਧੀ ਨੇ। ਡਾਕਟਰ ਮੋਹਿਤ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਡੇਰਾ ਪੈਰੋਕਾਰੀਆਂ ਦੀ ਸੁੱਧ ਨਹੀਂ ਲਈ, ਇਸ ਲਈ ਇਸ ਵਾਰ ਨੋਟਾ ਦੀ ਮੁਹਿੰਮ ਨੂੰ ਉਹ ਲਗਾਤਾਰ ਪ੍ਰਚਾਰ ਰਹੇ ਨੇ। ਡੇਰਾ ਮੁਖੀ ਨੇ ਕਦੇ ਵੀ ਕਿਸੇ ਰਾਜਨੀਤਿਕ ਦਲ ਦਾ ਸਮਰਥਨ ਨਹੀਂ ਕੀਤਾ। ਪੰਚਕੂਲਾ ਦੇ ਵਿੱਚ ਚੱਲੀਆਂ ਗੋਲੀਆਂ ਨੂੰ ਡੇਰਾ ਪ੍ਰੇਮੀ ਹਾਲੇ ਤੱਕ ਭੁੱਲੇ ਨਹੀਂ। ਪੈਰੋਕਾਰਾਂ ਦੇ ਇਸ ਪੇਜ ਨੂੰ ਚਲਾ ਰਹੇ ਡਾਕਟਰ ਮੋਹਿਤ ਨੇ ਲਾਈਵ ਹੋ ਕੇ ਕਿਹਾ ਕਿ ਮੁਜ਼ੱਫਰਨਗਰ ਦੇ ਵਿੱਚ ਡੇਰਾ ਪ੍ਰੇਮੀਆਂ ਨੇ ਰਾਜਨੀਤਿਕ ਵਿੰਗ ਦੇ ਨਿਰਦੇਸ਼ ਦੇ ਉੱਤੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ। ਰਾਜਨੀਤਿਕ ਵਿੰਗ ਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਈ ਗਈ। ਨੋਟਾ ਨੂੰ ਵੋਟ ਪਾਉਣ ਤੇ ਸਹਿਮਤੀ ਦਿੱਤੀ ਤੇ 12 ਫਰਵਰੀ ਨੂੰ ਡੇਰਾ ਮੁਖੀ ਦੇ ਆਨਲਾਈਨ ਪ੍ਰਚਾਰ ਕਰਨ ਦੀ ਅਫਵਾਹ ਹੈ। ਉਹਨਾਂ ਨੂੰ ਨਾਮ ਚਰਚਾ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਹੈ। ਪੰਜਾਬ ਦੀ ਡੇਰਾ ਪੈਰੋਕਾਰ ਵੀਰਪਾਲ ਕੌਰ ਨੇ ਫੇਸਬੁੱਕ ਤੇ ਆਪਣਾ ਸੁਨੇਹਾ ਦਿੰਦੇ ਹੋਏ ਦੱਸਿਆ ਕਿ ਯੂਥ ਵੀਰਾਂਗਣਾ ਦੀ ਪ੍ਰਧਾਨ ਪ੍ਰੇਮੀਆਂ ਨੂੰ ਕਹਿ ਰਹੀ ਹੈ ਕਿ ਜੱਸੀ ਦੇ ਪ੍ਰਚਾਰ ਦੇ ਵਿੱਚ ਆਓ। ਡੇਰਾ ਸੱਚਾ ਸੌਦਾ ਮੁਖੀ 25 ਅਗਸਤ 2017 ਨੂੰ ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਉਲਝਿਆ ਤੇ 20 ਸਾਲ ਦੀ ਸਜ਼ਾ ਹੋਈ। ਇਸ ਤੋਂ ਬਾਅਦ ਪੱਤਰਕਾਰ ਛਤਰਪਤੀ ਹੱਤਿਆਕਾਂਡ ਤੇ ਰਣਜੀਤ ਹੱਤਿਆਕਾਂਡ ਦੇ ਵਿੱਚ ਵੀ ਸਜ਼ਾ ਕੱਟ ਰਿਹਾ। ਉਦੋਂ ਤੋਂ ਲੈ ਕੇ ਹੁਣ ਤੱਕ ਡੇਰਾ ਮੁਖੀ ਜੇਲ੍ਹ ਦੇ ਵਿੱਚ ਹੀ ਬੰਦ ਸੀ, ਪਰ ਹੁਣ 21 ਦਿਨ ਦੀ ਪੈਰੋਲ ਮਿਲੀ ਹੈ। ਮਾਲਵਾ ਦੇ ਵਿੱਚ ਆਉਣ ਵਾਲੇ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਅਬੋਹਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਪਟਿਆਲਾ, ਲੁਧਿਆਣਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ ਜਿਹੜੇ ਜ਼ਿਲ੍ਹੇ ਨੇ, ਇਹਨਾਂ ਥਾਵਾਂ ਦੇ ਉੱਤੇ ਡੇਰਾ ਪੈਰੋਕਾਰਾਂ ਦੀ ਵੋਟ ਕਾਫੀ ਹੈ। 69 ਸੀਟਾਂ ਮਾਲਵਾ ਬੈਲਟ ਦੇ ਵਿੱਚ ਨੇ, ਜਿਹੜੀਆਂ ਦੇ ਵਿੱਚੋਂ ਘੱਟੋ ਘੱਟ 45 ਸੀਟਾਂ ਦੇ ਉੱਤੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ ਤੇ ਡੇਰੇ ਨੇ ਹਰ ਸੂਬੇ ਦੇ ਵਿੱਚ ਆਪਣੀ 45 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ। ਡੇਰਾ ਸੱਚਾ ਸੌਦਾ ਦੇ ਪੈਰੋਕਾਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ। ਫੇਥ ਵਰਸਸ ਵਰਡਿਕਟ ਦੇ 22,000 ਫੋਲੋਅਰ ਫੇਸਬੁੱਕ ਤੇ 25,000 ਯੂਟਿਊਬ ਦੇ ਉੱਤੇ ਨੇ। ਚੋਣਾਂ ਨੂੰ ਲੈ ਕੇ ਉਹਨਾਂ ਨੇ ਨੋਟਾ ਦੀ ਮੁਹਿੰਮ ਲਗਾਤਾਰ ਅੱਗੇ ਵਧਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਡੇਰਾ ਪ੍ਰੇਮੀਆਂ ਦੇ ਵਿੱਚ ਪਾਟਕ ਪੈਂਦੀ ਨਜ਼ਰ ਆ ਰਹੀ ਹੈ, ਇਹ ਆਉਂਦੇ ਸਮੇਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਫਾਇਦਾ ਤੇ ਨੁਕਸਾਨ ਦੋਵੇਂ ਕਰੂ। ਮੰਨ ਲਓ ਕਿ ਕਿਸੇ ਇੱਕ ਪਾਰਟੀ ਨੂੰ ਡੇਰਾ ਪ੍ਰੇਮੀਆਂ ਦੀ ਵੋਟ ਜਾਣੀ ਹੋਵੇ, ਜੇਕਰ ਉਹਦੇ ਵਿੱਚੋਂ ਅੱਧੇ ਜਾਂ ਚੌਥਾ ਹਿੱਸਾ ਨੇ ਇਹ ਗੱਲ ਕਹਿਤੀ ਜੀ ਕਿ ਇਸ ਤਾਂ ਨੋਟਾ ਨੂੰ ਵੋਟ ਪਾਉਣੀ ਆ, ਤਾਂ ਜਿਹੜੀ ਪਾਰਟੀ ਨੂੰ ਆਪਣਾ ਪਲੜਾ ਪੂਰੀ ਡੇਰੇ ਦੀ ਵੋਟ ਪੈਣ ਦੇ ਨਾਲ ਭਾਰਾ ਲੱਗਦਾ ਸੀ, ਉਹ ਕੁਝ ਕੁ ਹੌਲਾ ਜ਼ਰੂਰ ਰਹਿ ਜਾਣਾ। ਹਾਲਾਂਕਿ ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਇਹ ਪਾਟਕ ਇਵੇਂ ਜਾਰੀ ਰਹੂ। ਇਹ ਵੀ ਹੋ ਸਕਦਾ ਵੀ ਇਹਦੇ ਵਿੱਚ ਕੁਝ ਕੁ ਲੋਕ ਸ਼ਰਾਰਤੀ ਵੀ ਹੋਣ, ਇਹ ਵੀ ਹੋ ਸਕਦਾ ਵੀ ਇਹ ਸਾਰੇ ਲੋਕ ਸੱਚੇ ਦਿਲੋਂ ਵੀ ਹੋਣ, ਕੁਝ ਕਹਿ ਨਹੀਂ ਸਕਦੇ। ਪਰ ਗੱਲ ਇਹ ਆ ਵੀ ਇਸ ਤਰੀਕੇ ਦੇ ਨਾਲ ਜੇਕਰ ਦੋ ਗਰੁੱਪਾਂ ਦੇ ਵਿੱਚ ਡੇਰਾ ਪ੍ਰੇਮੀ ਵੰਡੇ ਜਾਂਦੇ ਆ, ਤਾਂ ਫਿਰ ਜੇਕਰ ਇੱਕ ਪਾਸੇ ਵੋਟਾਂ ਇੱਕ ਨੂੰ ਪੈਂਦੀਆਂ, ਦੂਜੇ ਪਾਸੇ ਨੋਟਾ ਨੂੰ ਜਾਂਦੀਆਂ ਵੀ ਭਾਈ ਸਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ, ਇਹਦੇ ਨਾਲ ਸਾਰੀਆਂ ਪਾਰਟੀਆਂ ਦਾ ਇੱਕ ਵਾਰੀ ਤਾਂ ਤੋਲ ਤਕਾਂਤ ਜਿਹਾ ਹਿੱਲ ਜਾਣਾ ਵੀ ਭਾਈ ਕੀ ਬਣਦਾ ਤੇ ਕੀ ਨਹੀਂ ਬਣਦਾ। ਇਸ ਵਕਤ ਆਸ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਸ਼ਾਇਦ ਕੇਂਦਰ ਦੀ ਹਕੂਮਤ ਦੇ ਪਲੜੇ ਦੇ ਵਿੱਚ ਇਹ ਵੋਟਾਂ ਜਾ ਸਕਦੀਆਂ, ਬੀਜੇਪੀ ਨੂੰ ਸ਼ਾਇਦ ਇਹ ਵੋਟਾਂ ਪੈ ਜਾਣ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਉਹ 14 ਤਰੀਕ ਨੂੰ ਜਲੰਧਰ ਦੇ ਵਿੱਚ ਆ ਰਹੇ ਆ, PAP ਗਰਾਊਂਡ ਦੇ ਵਿੱਚ ਉਹਨਾਂ ਦੇ ਵੱਲੋਂ ਪਹੁੰਚਿਆ ਜਾ ਰਿਹਾ। ਤਿਆਰੀਆਂ ਜ਼ਬਰਦਸਤ ਤਰੀਕੇ ਨਾਲ ਕੀਤੀਆਂ ਜਾ ਰਹੀਆਂ। ਪਿਛਲੀ ਵਾਲੀ ਭੁੱਲ ਤੋਂ ਐਤਕੀ ਸਬਕ ਸਿੱਖ ਕੇ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਜਲੰਧਰ ਦੇ ਤੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਦੇ ਜਿਹੜੇ ਉਹ ਇਸ ਵੇਲੇ PAP ਗਰਾਊਂਡ ਦੇ ਵਿੱਚ ਹੈ। 3 ਰੈਲੀਆਂ ਕਰਨੀਆਂ ਪ੍ਰਧਾਨ ਮੰਤਰੀ ਸਾਹਿਬ ਨੇ, ਇੱਕ ਕਰਨੀ 14 ਨੂੰ, ਦੂਜੀ ਕਰਨੀ 16 ਨੂੰ, ਤੀਜੀ ਕਰਨੀ 17 ਨੂੰ। ਬੀਜੇਪੀ ਪੰਜਾਬ ਦੇ ਵਿੱਚ ਕਾਫੀ ਉਤਸ਼ਾਹ ਦੇ ਵਿੱਚ ਹੈ। ਪੰਜਾਬ ਦੇ ਪਿੰਡਾਂ ਤੱਕ ਪਹੁੰਚ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਆਪਾਂ ਇਹ ਵੀ ਜਾਣਦੇ ਹਾਂ ਕਿ ਪਿੰਡਾਂ ਦੇ ਵਿੱਚ ਪਹੁੰਚ ਬਣਾਉਣ ਦਾ ਜ਼ਿੰਮਾ ਢੀਂਡਸਾ ਤੇ ਕੈਪਟਨ ਗਰੁੱਪ ਦੇ ਉੱਤੇ ਆ, ਪਰ ਉਹ ਆਪੋ ਆਪਣੇ ਹਲਕਿਆਂ ਤੱਕ ਸਿਮਟ ਕੇ ਰਹਿ ਗਏ ਆ, ਕਿਉਂਕਿ ਕੈਪਟਨ ਸਾਹਿਬ ਆਪਣੀ ਸੀਟ ਤੱਕ ਸਿਮਟ ਕੇ ਰਹਿ ਗਏ ਆ। ਉਹ ਆਪਣੀ ਸੀਟ ਜੇਕਰ ਕੱਢ ਲੈਂਦੇ ਆ ਤਾਂ ਵੀ ਇਹ ਮੰਨਾਂਗੇ ਜੀ ਕਿ ਪੰਜਾਬ ਲੋਕ ਕਾਂਗਰਸ ਦੀ ਬੱਲੇ ਬੱਲੇ ਹੋ ਗਈ। ਉਧਰ ਜੇਕਰ ਢੀਂਡਸਾ ਸਾਹਿਬ ਦਾ ਗਰੁੱਪ ਆ ਜਿਹੜਾ, ਉਧਰ ਜੇਕਰ ਪਰਮਿੰਦਰ ਸਿੰਘ ਢੀਂਡਸਾ ਆਪਣੀ ਸੀਟ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਇਹ ਵੀ ਮੰਨਿਆ ਜਾਊਗਾ ਕਿ ਅਕਾਲੀ ਦਲ ਸੰਯੁਕਤ ਨੇ ਬੱਲੇ ਬੱਲੇ ਕਰਾਤੀ, ਕਿਉਂਕਿ ਇਹਨਾਂ ਦੇ ਕੋਲੇ ਸਮਾਂ ਵੀ ਘੱਟ ਸੀ ਤੇ ਪ੍ਰਭਾਵ ਵੀ ਪੂਰੇ ਪੰਜਾਬ ਦੇ ਵਿੱਚ ਉਸ ਕਦਰ ਨਹੀਂ ਜਿਸ ਤਰੀਕੇ ਦਾ ਚਾਹੀਦਾ ਸੀ। ਬੀਜੇਪੀ ਦੇ ਨਾਲ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਨੇਤਾ ਜੁੜ ਰਹੇ ਆ, ਹਾਲੇ ਹੋਰ ਵੀ ਜੁੜਨੇ ਬਾਕੀ ਆ, ਕਿਉਂਕਿ ਕਈ ਇਹ ਗੱਲ ਕਹਿੰਦੇ ਵੀ ਚਲੋ ਕੀ ਹੋਇਆ, ਵਿਧਾਨ ਸਭਾ ਦੀਆਂ ਚੋਣਾਂ ਨਿਕਲ ਜਾਣੀਆਂ, ਉਸ ਤੋਂ ਬਾਅਦ ਵੀ ਤਾਂ ਕੇਂਦਰ ਦੇ ਨਾਲ ਤਾਲਮੇਲ ਦੇ ਵਿੱਚ ਰਹਿਣਾ ਚਾਹੀਦਾ। ਸਾਨੂੰ ਹੋਰ ਕਿਤੇ ਨਾ ਕਿਤੇ ਐਡਜਸਟ ਹੋਣ ਦਾ ਮੌਕਾ ਮਿਲ ਜੂ। ਅਸੀਂ ਪੰਜਾਬ ਦੀ ਸਰਗਰਮ ਰਾਜਨੀਤੀ ਦੇ ਵਿੱਚ ਵਿਚਰਦੇ ਰਵਾਂਗੇ। ਸੋ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੇ ਕਈ ਨਵੇਂ ਮੋੜ ਕੱਟਣੇ ਆ। ਪਰ ਇਸੇ ਦਰਮਿਆਨ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਧਿਆਨ ਖਿੱਚਦਾ। ਉਹ ਕਹਿੰਦੇ ਜੀ ਕਿ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ 30-35 ਦੇ ਕਰੀਬ ਸੀਟਾਂ ਆਪ ਨੂੰ ਮਿਲ ਜਾਣ ਤੇ ਇਸ ਤੋਂ ਬਾਅਦ ਲੰਗੜੀ ਜੀ ਸਰਕਾਰ ਬਣੇ, ਤੇ ਲੰਗੜੀ ਬਣ ਨਹੀਂ ਦੇਣੀ
ਵੀ ਜਦੋਂ ਕਿਸੇ ਨੂੰ ਵੀ ਬਹੁਮਤ ਨਾ ਮਿਲਿਆ, ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਜੇਕਰ ਇਹ ਕੋਸ਼ਿਸ਼ ਸਫਲ ਹੋ ਗਈ ਤਾਂ ਨੁਕਸਾਨ ਬਹੁਤ ਹੋਣਾ। ਯਾਨੀ ਕਿ ਉਹਨਾਂ ਦੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਤੌਖਲੇ ਚੱਲਦੇ ਆ ਵੀ ਕਿਤੇ ਇਉਂ ਨਾ ਹੋ ਜੇ, ਕਿਤੇ ਆਹ ਨਾ ਹੋ ਜੇ, ਕਿਤੇ ਉਹ ਨਾ ਹੋ ਜੇ, ਕਿਤੇ ਉਹ ਨਾ ਹੋ ਜੇ। ਸੋ ਵਕਤ ਦੱਸੂਗਾ ਪੰਜਾਬ ਦੇ ਵਿੱਚ ਕੀ ਬਣਦਾ, ਪਰ ਡੇਰਾ ਪ੍ਰੇਮੀਆਂ ਦੀ ਫੁੱਟ ਦੀ ਖਬਰ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰ ਕੇ ਮੀਡੀਆ ਦੇ ਵਿੱਚ ਆਈ ਹੈ। ਇਹ ਜਾਣਦੇ ਆ ਕਿ ਮਾਲਵਾ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਹਾਲ ਦੀ ਘੜੀ ਪੂਰੀ ਚੜ੍ਹਤ ਦੇ ਵਿੱਚ ਹੈ ਤੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੇਜਰੀਵਾਲ ਬਾਹਰੀ ਹੈ। ਕੇਜਰੀਵਾਲ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਵੱਡੀਆਂ ਕਿਹੜੀ ਗੱਲੋਂ ਆ? ਕੇਜਰੀਵਾਲ ਦੀ ਤਸਵੀਰ ਦੇ ਥੱਲੇ ਇਹ ਕਾਹਤੋਂ ਲਿਖਿਆ ਇੱਕ ਮੌਕਾ ਕੇਜਰੀਵਾਲ ਨੂੰ? ਇਹ ਕਿਉਂ ਨਹੀਂ ਲਿਖਿਆ ਕਿ ਇੱਕ ਮੌਕਾ ਭਗਵੰਤ ਮਾਨ ਨੂੰ? ਇਹ ਕਿਉਂ ਨਹੀਂ ਲਿਖਿਆ ਕਿ ਇੱਕ ਮੌਕਾ ਪੰਜਾਬ ਦੇ ਮੁੱਖ ਮੰਤਰੀ ਨੂੰ? ਇਹ ਕਿਉਂ ਨਹੀਂ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਕਾਈ ਨੂੰ? ਸੋ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਇੱਕ ਦੂਜੇ ਦੇ ਪੈਰ ਮਿੰਦਣ ਵਾਸਤੇ ਚੱਲ ਰਹੀਆਂ। ਇਸੇ ਦਰਮਿਆਨ ਰਵਨੀਤ ਸਿੰਘ ਬਿੱਟੂ ਗਏ ਸੀ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਵੋਟਾਂ ਮੰਗਣ ਦੇ ਲਈ। ਉਹਨਾਂ ਨੇ ਇੱਥੇ ਗੱਲ ਨੂੰ ਕਵਰ ਕੀਤਾ। ਉਹ ਕਹਿੰਦੇ ਸਿੱਧੂ ਸਾਹਿਬ ਹੈਗੇ ਜੀ ਬਹੁਤ ਬਿਜ਼ੀ ਹਾਲੇ, ਉਹ ਕੁਝ ਕੁ ਦਿਨਾਂ ਬਾਅਦ ਪ੍ਰਚਾਰ ਕਰਨਗੇ। ਸਿੱਧੂ ਸਾਹਿਬ ਨੇ ਵੈਸ਼ਨੋ ਦੇਵੀ ਤੋਂ ਆ ਕੇ ਗੱਲ ਕਹੀ ਹੈ। ਉਹ ਕਹਿੰਦੇ ਦੇਖੋ ਜੀ ਗੱਲ ਇਹ ਹੈ ਕਿ ਚੰਨੀ ਸਾਹਿਬ ਵਧੀਆ ਬੰਦੇ ਆ ਤੇ ਚੰਨੀ ਸਾਹਿਬ ਕਰਦੇ ਪੂਰੇ ਪੰਜਾਬ 'ਚ ਪ੍ਰਚਾਰ ਤੇ ਉਹ ਹੈਗੇ ਸੀਐਮ ਕੈਂਡੀਡੇਟ, ਉਹਨਾਂ ਦਾ ਫਰਜ਼ ਬਣਦਾ। ਪਰ ਜੇਕਰ ਮੈਨੂੰ ਹਾਈ ਕਮਾਨ ਕਹੂਗੀ 4-5 ਸੀਟਾਂ ਦੇ ਉੱਤੇ ਮੈਂ ਵੀ ਜਾਊਂਗਾ, ਮੈਂ ਵੀ ਮਾੜਾ ਮੋਟਾ ਪ੍ਰਚਾਰ ਚਲੋ ਸੋਚਦੇ ਹੋਣੇ ਵੀ ਕਰਕੇ ਆਊਂਗਾ। ਸੋ ਉਹਨਾਂ ਨੂੰ ਇਸ ਵੇਲੇ ਆਪਣੇ ਹਲਕੇ ਦੇ ਵਿੱਚ ਹੀ ਇਹੋ ਜਿਹੀ ਉਲਝਣ ਪਈ ਹੋਈ ਹੈ ਵੀ ਉਹ ਕਿਸੇ ਹੋਰ ਪਾਸੇ ਮੇਰੇ ਖਿਆਲ ਦੇ ਮੁਤਾਬਕ ਜਾਣ ਦੇ ਸਮਰੱਥ ਹਾਲ ਦੀ ਘੜੀ ਨਹੀਂ। ਕੱਲ੍ਹ ਨੂੰ ਕੋਈ ਚਮਤਕਾਰ ਹੋ ਜੇ ਆਪਾਂ ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ। ਪਰ ਲੰਘੇ ਕੱਲ੍ਹ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਧੂਰੀ ਦੇ ਵਿੱਚ ਆਏ। ਉਹਨਾਂ ਦੇ ਵੱਲੋਂ ਭਗਵੰਤ ਮਾਨ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਕੇ ਹਾਜ਼ਰੀਨ ਨੂੰ। ਉਹ ਕਹਿੰਦੇ ਵੀ ਕੇਜਰੀਵਾਲ ਹੋਰੀ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਸਮਝਦੇ ਆ। ਇਹਦਾ ਮਤਲਬ ਇਹ ਹੋਇਆ ਕਿ ਉਹ ਮੇਰਾ ਦਿਓਰ ਆ ਤੇ ਮੈਂ ਆਪਣੇ ਦਿਓਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਈ ਹਾਂ। ਸੁਨੀਤਾ ਕੇਜਰੀਵਾਲ ਆਪਣੀ ਬੇਟੀ ਦੇ ਨਾਲ ਆਏ ਆ। ਬੇਟੀ ਨੇ ਵੀ ਇਹ ਗੱਲ ਕਹੀ ਆ ਕਿ ਮੈਂ ਚਾਚੂ ਵਾਸਤੇ ਵੋਟਾਂ ਮੰਗਣ ਆਈ ਹਾਂ। ਮਤਲਬ ਇਹ ਆ ਕਿ ਪੰਜਾਬ ਦੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਪਤਨੀ, ਆਪਣੀਆਂ ਭੈਣਾਂ, ਭਰਾਵਾਂ, ਚਾਚੇ, ਤਾਇਆਂ, ਸਕੇ, ਸੰਬੰਧੀਆਂ, ਦੋਸਤਾਂ, ਮਿੱਤਰਾਂ, ਦੂਰਲਿਆਂ ਨੇੜਲਿਆਂ ਦੇ ਨਾਲ ਵੋਟਾਂ ਮੰਗਣ ਦੇ ਕੰਮ ਦੇ ਵਿੱਚ ਬਿਜ਼ੀ ਹੈ। ਪੋਤੇ ਪੋਤੀਆਂ ਤੇ ਦੋਤੇ ਦੋਤੀਆਂ ਦੇ ਨਾਲ ਬਿਜ਼ੀ ਹੈ। ਸੋ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੰਘੇ ਕੱਲ੍ਹ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਈਡੀ ਨੇ ਇੱਕ ਹੋਰ ਚੁੰਗਲ ਦੇ ਵਿੱਚ ਫਸਾਇਆ। ਜਾਂ ਆਪਾਂ ਇਹ ਗੱਲ ਕਹਿ ਲਈਏ ਵੀ ਜੋ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ, ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਇੱਕ ਨਵੀਂ ਕਰਵਟ ਲੈ ਸਕਦੀ ਹੈ। ਈਡੀ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਸਾਨੂੰ 7 ਦਿਨ ਦਾ ਰਿਮਾਂਡ ਹੋਰ ਚਾਹੀਦਾ ਭੁਪਿੰਦਰ ਸਿੰਘ ਹਨੀ ਦਾ, ਪਰ ਮਾਣਯੋਗ ਅਦਾਲਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਹੀਂ, ਹੁਣ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣਾ ਤੇ ਭੇਜ ਦਿੱਤਾ ਗਿਆ। ਉੱਦਾਂ ਕਹਿੰਦੇ ਆ ਵੀ ਭੁਪਿੰਦਰ ਸਿੰਘ ਹਨੀ ਨੇ ਕਈ ਤਰ੍ਹਾਂ ਦੇ ਖੁਲਾਸੇ ਮਾਈਨਿੰਗ ਦੇ ਬਾਰੇ ਤੇ 10 ਕਰੋੜ ਦੇ ਬਾਰੇ ਕੀਤੇ ਆ। ਖਬਰਾਂ ਕਈ ਤਰ੍ਹਾਂ ਦੀਆਂ ਆ ਰਹੀਆਂ, ਵਿਚਲੇ ਭੇਤ ਕਈ ਦਿਨਾਂ ਬਾਅਦ ਖੁੱਲਣਗੇ। ਪਹਿਲਾਂ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦਾ ਲੰਘੇ ਕੱਲ੍ਹ ਰਿਮਾਂਡ ਖਤਮ ਹੋ ਗਿਆ। ਕੋਰਟ ਨੇ ਈਡੀ ਨੂੰ ਫਿਰ ਤੋਂ ਅੱਗੇ ਹਨੀ ਦੀ ਕਸਟਡੀ ਦੇਣ ਤੋਂ ਮਨਾ ਕਰ ਦਿੱਤਾ। 1 ਹਫ਼ਤੇ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਸਟਡੀ ਦੇ ਵਿੱਚ ਰਹਿਣ ਤੋਂ ਬਾਅਦ ਹੁਣ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਜਲੰਧਰ ਨੇ ਭੁਪਿੰਦਰ ਸਿੰਘ ਹਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕੋਰਟ ਦੇ ਵਿੱਚ ਲੰਘੇ ਕੱਲ੍ਹ ਤੀਜੀ ਵਾਰ ਰਿਮਾਂਡ ਦੇ ਲਈ ਈਡੀ ਨੇ ਅਰਜ਼ੀ ਦਿੱਤੀ ਸੀ। ਈਡੀ ਨੇ ਤਰਕ ਦਿੱਤਾ ਸੀ ਕਿ ਹਾਲੇ ਬਹੁਤ ਕੁਝ ਦਾ ਪਤਾ ਲਾਉਣਾ ਬਾਕੀ ਹੈ। ਮਨੀ ਟ੍ਰੇਲਿੰਗ ਦੇ ਵਿੱਚ 70 ਲੋਕਾਂ ਦੇ ਨਾਂ ਉਹਨਾਂ ਤੋਂ ਪਤਾ ਲੱਗ ਗਏ ਨੇ ਤੇ ਕੁਝ ਨਾਂ ਹਾਲੇ ਵੀ ਪਤਾ ਲਾਉਣੇ ਬਾਕੀ ਨੇ। ਇਹਦੇ ਲਈ ਈਡੀ ਨੂੰ 1 ਹਫ਼ਤੇ ਦੇ ਲਈ ਹਨੀ ਦਾ ਰਿਮਾਂਡ ਹੋਰ ਚਾਹੀਦਾ। ਇਹਦੇ ਉੱਤੇ ਬਚਾਅ ਪੱਖ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹਦਾ ਨਹੀਂ ਹੋ ਸਕਦਾ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਪਹਿਲਾਂ ਵੀ 2 ਵਾਰ ਰਿਮਾਂਡ ਲੈ ਚੁੱਕੀ ਹੈ ਈਡੀ ਦੇ ਵੱਲੋਂ। ਤੇ ਇਹ ਵੀ ਪਤਾ ਲੱਗਾ ਜੀ ਕਿ ਜੇਕਰ ਹੁਣ ਤੱਕ ਨਹੀਂ ਕੁਝ ਪਤਾ ਲੱਗ ਸਕਿਆ ਤਾਂ ਹੁਣ ਕਿਵੇਂ ਪਤਾ ਲੱਗੇਗਾ। ਬਹਿਸ ਦੇ ਦੌਰਾਨ ਈਡੀ ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਬਚਾਅ ਪੱਖ ਦੇ ਸਵਾਲ ਦਾ ਜਵਾਬ ਦੇਣ ਦੇ ਲਈ ਕੋਰਟ ਨੇ ਕਿਹਾ ਤੇ 3 ਦਿਨ ਦੇ ਰਿਮਾਂਡ ਦੇ ਉੱਤੇ ਉਸ ਤੋਂ ਬਾਅਦ ਆ ਗਏ ਤੇ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇ ਦੇ ਵਿੱਚ ਭਾਣਜਾ ਲੱਗਦੇ ਭੁਪਿੰਦਰ ਸਿੰਘ ਹਨੀ ਦੇ ਹੁਣ ਨਿਆਇਕ ਹਿਰਾਸਤ ਦੇ ਵਿੱਚ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਵਕੀਲ ਜ਼ਮਾਨਤ ਦੀ ਪ੍ਰਕਿਰਿਆ ਦੇ ਵਿੱਚ ਜੁਟ ਗਏ ਨੇ। ਨਿਆਇਕ ਹਿਰਾਸਤ ਦੌਰਾਨ ਹੀ ਹਨੀ ਦੇ ਵਕੀਲ ਹੁਣ ਕੋਰਟ ਦੇ ਵਿੱਚ ਅਰਜ਼ੀ ਲਾ ਕੇ ਉਹਨਾਂ ਦੀ ਜ਼ਮਾਨਤ ਦੀ ਅਪੀਲ ਕਰਨਗੇ। ਜ਼ਿਕਰਯੋਗ ਹੈ ਕਿ ਰੇਤ ਮਾਈਨਿੰਗ ਦੇ ਵਿੱਚ ਮਾਫੀਆ ਦੇ ਨਾਲ ਜੁੜਨ, ਅਧਿਕਾਰੀਆਂ ਦੇ ਤਬਾਦਲਿਆਂ ਤੇ ਪੋਸਟਿੰਗ ਦੇ ਲਈ 10 ਕਰੋੜ ਰੁਪਈਆ ਲੈਣ ਦੇ ਦੋਸ਼ ਦੇ ਵਿੱਚ ਫਸੇ ਚੰਨੀ ਦੇ ਭਾਣਜੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਲੰਘੇ ਕੱਲ੍ਹ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਨਿਆਇਕ ਹਿਰਾਸਤ ਵਿੱਚ ਭੇਜੇ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਚਰਨਜੀਤ ਸਿੰਘ ਚੰਨੀ ਨੂੰ ਕਸੂਤਾ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਭੁਪਿੰਦਰ ਸਿੰਘ ਹਨੀ ਦੇ ਮਾਮਲੇ ਤੇ। ਬਿਕਰਮ ਸਿੰਘ ਮਜੀਠੀਆ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਚੰਨੀ, ਹਨੀ ਤੇ ਮਨੀ ਇਹ ਤਿੰਨੇ ਇੱਕ ਦੂਜੇ ਦੇ ਪੂਰਕ ਆ। ਅਕਾਲੀ ਦਲ ਦੇ ਵੱਖ-ਵੱਖ ਆਗੂ ਇਹ ਗੱਲ ਕਹਿੰਦੇ ਆ ਕਿ ਚੰਨੀ ਸਾਹਿਬ ਆ ਜਿਹੜੇ
111 ਦਿਨ ਦੇ ਵਿੱਚ ਜੇਕਰ ਇੰਨਾ ਵੱਡਾ ਘਪਲਾ ਆਪਣੇ ਰਿਸ਼ਤੇਦਾਰਾਂ ਰਾਹੀਂ ਕਰ ਸਕਦੇ ਆ, ਜੇ ਕਿਤੇ ਪੂਰੇ 5 ਸਾਲ ਉਹਨਾਂ ਨੂੰ ਮਿਲ ਗਏ, ਉਹਨਾਂ ਨੇ ਤਾਂ ਤਰਥੱਲੀ ਮਚਾ ਦੇਣੀ ਆ। ਉਧਰੋਂ ਚੰਨੀ ਸਾਹਿਬ ਇਹ ਗੱਲ ਕਹਿੰਦੇ ਵੀ ਦੇਖੋ ਕਿਸੇ ਦਾ ਕੋਈ ਰਿਸ਼ਤੇਦਾਰ ਗਲਤ ਕੰਮ ਕਰਦਾ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਰਿਸ਼ਤੇਦਾਰੀ ਜਾਂ ਸਾਰਾ ਖਾਨਦਾਨ ਗਲਤ ਕੰਮ ਕਰਦਾ। ਜਿਹਨੇ ਗਲਤ ਕੀਤਾ ਕੰਮ ਉਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਕਿਉਂਕਿ ਚੋਣਾਂ ਦਾ ਮੌਸਮ ਹੈ, ਚੋਣਾਂ ਦੇ ਵਿੱਚ ਹਫ਼ਤਾ ਖੰਡ ਹੀ ਬਾਕੀ ਹੈ, ਇਸ ਕਰਕੇ ਇਸ ਮਾਮਲੇ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਤੂਲ ਫੜੇ ਜਾਣ ਦੀ ਹੋਰ ਵੀ ਸੰਭਾਵਨਾ। ਹੁਣ ਆਉਂਦੇ ਦਿਨਾਂ ਦੇ ਵਿੱਚ ਕੀ ਖੁਲਾਸੇ ਹੋਣਗੇ, ਇਹਦੇ ਵੱਲ ਨਿਗਾਹ ਟਿਕੀ ਰਹਿਣੀ ਆ। ਪਰ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਭੁਪਿੰਦਰ ਸਿੰਘ ਹਨੀ ਨੇ ਕਈ ਕੁਝ ਕਬੂਲ ਕਰ ਲਿਆ ਈਡੀ ਦੇ ਕੋਲੇ। ਪਿਛਲੇ ਦਿਨੀ ਈਡੀ ਨੇ ਗੱਲ ਕਹੀ ਸੀ ਕਿ ਸਾਡੇ ਕੋਲੇ ਮੰਨਿਆ ਭੁਪਿੰਦਰ ਸਿੰਘ ਹਨੀ ਕਿ ਉਹਨੇ ਕੀ ਕੰਮ ਕੀਤੇ ਆ, ਭਾਵੇਂ ਸੱਚਾ ਹੋਵੇ ਭਾਵੇਂ ਹੋਵੇ ਝੂਠਾ ਕੋਈ, ਪਰ ਇਹ ਗੱਲ ਸੱਚੀ ਹੈ ਵੀ ਜੇਕਰ ਪੁਲਿਸ ਮੁਲਾਜ਼ਮ ਮਿਲਦੇ ਸੀ ਭੁਪਿੰਦਰ ਸਿੰਘ ਹਨੀ ਨੂੰ, ਇਹਦੇ ਪਿੱਛੇ ਕੋਈ ਕਾਰਨ ਤਾਂ ਇਹੀ ਸੀ ਨਾ। ਤੇ ਕਾਰਨ ਇਹੀ ਹੈ ਕਿ ਜੋ ਆਪਣੇ ਸਕੇ ਸੰਬੰਧੀ ਆ ਉਹ ਇਸ ਵੇਲੇ ਸੱਤਾ ਦੇ ਵਿੱਚ ਹੈ, ਉਹ ਮੁੱਖ ਮੰਤਰੀ ਤੱਕ ਪਹੁੰਚੇ ਹੋਏ ਆ, ਪਹਿਲਾਂ ਉਹ ਕੈਬਨਿਟ ਮੰਤਰੀ ਆ, ਵਿਧਾਇਕ ਆ। ਸੋ ਇਸ ਕਰਕੇ ਅਹੁਦਿਆਂ ਦਾ ਉਹਨਾਂ ਨੇ ਵੀ ਆਨੰਦ ਮਾਣਿਆ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ। ਇਹ ਪੈਸੇ ਦੀ ਗੱਲ ਆ ਜਿਹੜੀ ਵੀ ਕਿੰਨੇ ਪੈਸੇ ਕਮਾਏ, ਕਿੰਨੀਆਂ ਕੁ ਪੋਸਟਾਂ ਆਈਆਂ ਗਈਆਂ। ਹੁਣ ਅੰਦਰਲੀ ਗੱਲ ਸ਼ਾਇਦ ਇਹ ਵੀ ਖੁੱਲ੍ਹ ਕੇ ਆਵੇ ਉਹਨਾਂ ਦੇ ਵਿੱਚ ਕਿ ਕਿਹੜੇ ਮੰਤਰੀਆਂ ਦੇ ਕਹਿਣ ਦੇ ਉੱਤੇ ਇਹ ਬਦਲੀਆਂ ਹੁੰਦੀਆਂ ਸੀ, ਕਿੰਨੇ ਕਰੋੜ ਰੁਪਏ ਜਾਂ ਕਿੰਨੇ 100 ਕਰੋੜ ਰੁਪਏ ਦੇ ਵਿੱਚ ਘਪਲਾ ਹੋਇਆ। ਸੋ ਇਸ ਗੱਲ ਦੇ ਵੀ ਉੱਭਰਨ ਦੀ ਆਸ ਹੈਗੀ ਆ, ਤੇ ਜੇਕਰ ਇਹ ਗੱਲ ਉੱਭਰੀ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਖਿਲਾਰਾ ਪੈਣ ਦੀ ਆਸ ਹੈ। ਲੰਘੇ ਕੱਲ੍ਹ ਪੰਜਾਬ ਦੇ ਸੀਨੀਅਰ ਆਗੂ ਸੁਨੀਲ ਜਾਖੜ ਹੋਰਾਂ ਦਾ ਇੱਕ ਬਿਆਨ ਬੜਾ ਵਾਇਰਲ ਹੋਇਆ। ਸੁਨੀਲ ਜਾਖੜ ਸਾਹਿਬ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਜੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਦਿੱਤਾ ਗਿਆ ਸੀ ਕੁਰਸੀ ਤੋਂ, ਤੇ ਉਸ ਤੋਂ ਬਾਅਦ ਵੋਟਿੰਗ ਦੀ ਗੱਲ ਚੱਲੀ ਤਾਂ 42 ਵੋਟਾਂ ਮੇਰੇ ਹੱਕ 'ਚ ਪਈਆਂ, ਪਰ ਮੈਨੂੰ ਇਸ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਕਿਉਂਕਿ ਮੈਂ ਹਿੰਦੂ ਭਾਈਚਾਰੇ ਦੇ ਵਿੱਚੋਂ ਹਾਂ। ਉਹ ਕਹਿੰਦੇ ਜੀ ਕਿ ਉਸ ਵੇਲੇ ਕਿਹਾ ਗਿਆ ਕਿ ਸਿੱਖ ਭਾਈਚਾਰੇ ਦਾ ਵਿਅਕਤੀ ਹੀ ਮੁੱਖ ਮੰਤਰੀ ਬਣਾਉਣਾ, ਵੋਟਾਂ ਭਾਵੇਂ ਉਹਨੂੰ 2 ਪਈਆਂ ਹੋਣ ਜਿਵੇਂ ਕਿ ਚੰਨੀ ਸਾਹਿਬ ਨੂੰ ਪਈਆਂ ਉਹਨਾਂ ਦੇ ਕਹਿਣ ਦੇ ਮੁਤਾਬਕ। ਹੁਣ ਇਸ ਤੋਂ ਬਾਅਦ ਸੁਨੀਲ ਜਾਖੜ ਸਾਹਿਬ ਦਾ ਇੱਕ ਬਿਆਨ ਵਾਇਰਲ ਹੋ ਰਿਹਾ। ਉਹਨਾਂ ਨੇ ਕਿਹਾ ਜੀ ਕਿ ਅੰਬਿਕਾ ਸੋਨੀ ਨੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਉੱਤੇ ਪਹਿਲੀ ਵਾਰ ਇੰਨੇ ਵੱਡੇ ਦੋਸ਼ ਲੱਗੇ ਆ। ਸੁਨੀਲ ਜਾਖੜ ਹੋਰਾਂ ਨੇ ਮਨ ਵਿਚਲਾ ਹਰਖ ਇਸ ਗੱਲ ਤੋਂ ਝਲਕਦਾ ਉਹਨਾਂ ਦਾ ਜਿਹੜਾ ਬਿਆਨ ਆ ਇਹ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਿਹਾ। ਹੋਣਾ ਕੁਦਰਤੀ ਵੀ ਸੀ, ਜਦੋਂ ਕਾਂਗਰਸੀਆਂ ਨੂੰ ਹੀ ਘੇਰਨ ਉਸ ਤੋਂ ਬਾਅਦ ਇਹ ਬਿਆਨ ਵਾਇਰਲ ਹੋਣੇ ਕੁਦਰਤੀ ਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਦੇ ਉੱਤੇ ਵੱਡਾ ਇਲਜ਼ਾਮ ਲਾਇਆ। ਜਾਖੜ ਨੇ ਕਿਹਾ ਕਿ ਜਦੋਂ ਮੇਰੇ ਹੱਕ ਦੇ ਵਿੱਚ 40 ਤੋਂ ਵੱਧ ਵਿਧਾਇਕ ਸਨ ਤਾਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਮੈਂ ਅੰਬਿਕਾ ਸੋਨੀ ਨੂੰ ਉਸ ਸਮੇਂ ਵੀ ਕਿਹਾ ਸੀ ਕਿ ਤੁਸੀਂ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ। ਜਾਖੜ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਕਹੀ ਹੈ। ਜਾਖੜ ਨੇ ਕਿਹਾ ਕਿ ਅੰਬਿਕਾ ਸੋਨੀ ਨੇ ਮੇਰੇ ਮੁੱਖ ਮੰਤਰੀ ਬਣਨ ਦਾ ਵਿਰੋਧ ਕੀਤਾ ਸੀ। ਮੈਂ ਅੰਬਿਕਾ ਸੋਨੀ ਨੂੰ ਕਿਹਾ ਸੀ ਕਿ ਤੁਸੀਂ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰਿਆ। ਅੰਬਿਕਾ ਸੋਨੀ ਨੇ ਰਾਹੁਲ ਗਾਂਧੀ ਨੂੰ ਹਿੰਦੂ ਦੀ ਬਜਾਏ ਜੱਟ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਅੰਬਿਕਾ ਸੋਨੀ ਕੌਣ ਹੈ ਤੇ ਉਸ ਨੂੰ ਪੰਜਾਬ ਬਾਰੇ ਕੀ ਪਤਾ ਹੈ। ਜਾਖੜ ਨੇ ਅੱਗੇ ਕਿਹਾ ਕਿ ਉਸ ਸਮੇਂ ਵੀ ਮੈਂ ਅੰਬਿਕਾ ਸੋਨੀ ਨੂੰ ਕਿਹਾ ਸੀ ਕਿ ਤੁਸੀਂ ਇੱਦਾਂ ਨਾ ਕਰੋ। ਜਾਖੜ ਨੇ ਕਿਹਾ ਕਿ 3-4 ਨੇਤਾਵਾਂ ਨੇ ਹਾਈਕਮਾਨ ਕੋਲ ਗਲਤ ਫੀਡਬੈਕ ਦਿੱਤੀ। ਹਾਈਕਮਾਨ ਨੂੰ ਮੇਰੇ ਤੇ ਪੂਰਾ ਭਰੋਸਾ, ਪੰਜਾਬ ਦੀ ਖੈਰੀਅਤ ਨੂੰ ਸਾਹਮਣੇ ਰੱਖ ਕੇ ਫੈਸਲਾ ਲਿਆ ਗਿਆ। ਜਾਖੜ ਨੇ ਕਿਹਾ ਕਿ ਮੈਨੂੰ ਹਿੰਦੂ ਹੋਣ ਤੇ ਮਾਣ ਹੈ, ਮੇਰੇ ਲਈ ਹੋਰ ਵੀ ਮਾਣ ਹੈ ਕਿ ਮੈਂ ਹਿੰਦੁਸਤਾਨੀ ਹਾਂ, ਤੇ ਸਭ ਤੋਂ ਵੱਡੀ ਗੱਲ ਇਹ ਕਿ ਮੈਂ ਪੰਜਾਬੀ ਹਾਂ। ਪੰਜਾਬ ਪੰਜਾਬੀਆਂ ਦਾ ਹੈ, ਪੰਜਾਬੀਆਂ ਨੂੰ ਪੰਜਾਬ ਦਾ ਮਾਣ ਹੈ। ਜਾਖੜ ਨੇ ਕਿਹਾ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਮੁੱਖ ਮੰਤਰੀ ਬਣਦੇ ਹਨ ਜਾਂ ਨਹੀਂ, ਉਹ ਕਦੇ ਵੀ ਵੱਡੇ ਅਹੁਦਿਆਂ ਦੇ ਲਾਲਚੀ ਨਹੀਂ ਰਹੇ। ਸੁਨੀਲ ਜਾਖੜ ਨੇ ਕਿਹਾ ਕਿ ਮੇਰਾ ਹੋਰ ਪਾਰਟੀਆਂ ਲਈ ਵੀ ਸਵਾਲ ਹੈ ਕਿ ਉਹ ਹਿੰਦੂ ਮੁੱਖ ਮੰਤਰੀ ਬਣਾਉਣ ਦੀ ਗੱਲ ਕਿਉਂ ਨਹੀਂ ਕਰ ਰਹੇ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਅਕਾਲੀ ਦਲ। ਉਹ ਹਿੰਦੂ ਤੇ ਐਸੀ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਹੀ ਕਿਉਂ ਕਰਦੇ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਾਖੜ ਸਾਹਿਬ ਦੇ ਮਨ ਅੰਦਰਲਾ ਦਰਦ ਕਈ ਕੁਝ ਬਿਆਨ ਕਰਦਾ। ਇਹ ਸਾਡੇ ਪੰਜਾਬ ਦੀ ਰਾਜਨੀਤੀ ਦੀ ਮਾੜੀ ਕਿਸਮਤ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਾਤ ਪਾਤ ਦੇ ਚੱਕਰ ਦੇ ਵਿੱਚੋਂ ਹਾਲੇ ਤੱਕ ਅਸੀਂ ਉੱਤੇ ਨਹੀਂ ਉੱਠੇ। ਜੱਟ ਸਿੱਖਾਂ ਨੂੰ ਇਸ ਅਹੁਦੇ 'ਤੇ ਪਾਉਣਾ, ਦਲਿਤ ਭਾਈਚਾਰੇ ਨੂੰ ਆਹ ਰੁਤਬਾ ਮਿਲਣਾ ਚਾਹੀਦਾ, ਹਿੰਦੂਆਂ ਨੂੰ ਇੱਥੇ ਜੇ ਫਿੱਟ ਕਰਨਾ, ਇਸ ਹਲਕੇ ਦੀ ਸੀਟ ਇਸ ਭਾਈਚਾਰੇ ਨੂੰ ਮੁਸਲਮਾਨ ਭਾਈਚਾਰੇ ਨੂੰ ਦੇਣੀ ਆ। ਇਹ ਗੱਲਾਂ ਕਰਕੇ ਵੰਡੇ ਹੋਏ ਲੋਕਾਂ ਦੇ ਵਿੱਚ ਹੋਰ ਵੰਡੀਆਂ ਨਹੀਂ ਪਾਈਆਂ ਗਈਆਂ ਤਾਂ ਹੋਰ ਕੀ ਹੈ। ਕਦੇ ਇਹ ਗੱਲ ਸੁਣੀ ਕਿਸੇ ਵੀ ਇੱਕ ਪਾਰਟੀ ਦੇ ਆਗੂ ਦੇ ਮੂੰਹੋਂ ਅੱਜ ਤੱਕ ਗੱਲ ਸੁਣੀ ਹੋਵੇ ਕਿ ਅਸੀਂ ਪੰਜਾਬ ਨੂੰ ਉੱਚੀ ਤੇ ਸੁੱਚੀ ਸੋਚ ਵਾਲਾ ਮੁੱਖ ਮੰਤਰੀ ਦੇਵਾਂਗੇ, ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਵਾਲਾ ਮੁੱਖ ਮੰਤਰੀ ਦੇਵਾਂਗੇ, ਉਹ ਮੁੱਖ ਮੰਤਰੀ ਦੇਵਾਂਗੇ ਜਿਹੜਾ ਪੜ੍ਹਿਆ ਲਿਖਿਆ ਹੋਵੇ ਤੇ ਸੂਝਵਾਨ ਹੋਵੇ। ਆਹ ਭਾਈਚਾਰਾ, ਉਹ ਭਾਈਚਾਰਾ, ਇੱਦਾਂ ਦਾ ਭਾਈਚਾਰਾ, ਉੱਦਾਂ ਦਾ ਭਾਈਚਾਰਾ, ਆਹ ਗੱਲਾਂ ਕਰਕੇ ਜਿਸ ਤਰੀਕੇ ਦਾ ਦਿਵਾਲਾ ਕੱਢਿਆ ਗਿਆ ਪੰਜਾਬ ਦਾ, ਆਪਾਂ ਸਾਰਾ ਕੁਝ ਜਾਣਦੇ ਹਾਂ। ਪੰਜਾਬ ਦੇ ਵਿੱਚ ਐਤਕੀ ਕੁਝ ਚੰਗਾ ਹੋਵੇ, ਇਹਦੀ ਅਰਦਾਸ ਕਰੀਏ, ਕਾਮਨਾ ਕਰੀਏ, ਸੱਚੀ ਮੁੱਚੀ ਚੰਗਾ ਹੋ ਜੇ ਸਾਡੇ ਜਿਉਂਦੇ ਜੀ, ਇਹਦੀ ਇੱਛਾ ਪਾਲਣੀ ਚਾਹੀਦੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।